प्यारे बच्चों, आप जी का इस चैनल ते स्वागत है। ਅੱਜ ਅਸੀਂ ਕਹਾਣੀ ਪੜਾਂਗੇ ਸਾਂਝ, ਜੋ ਕਿ ਸੁਜਾਨ ਸਿੰਘ ਜੀ ਦੀ ਲਿਖੀ ਹੋਈ ਹੈ। ਇਸ ਵਿੱਚ ਕਹਾਣੀਕਾਰ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਹਮਦਰਦੀ ਦੇ ਭਾਵ ਇੱਕ ਦੂਸਰੇ ਦੇ ਵਿੱਚ ਤੁਰੇ ਜਾਂਦੇ ਸੜਕ ਦੇ ਉੱਤੇ ਵੀ ਸਾਂਝ ਪੈਦਾ ਕਰ ਦਿੰਦੇ ਹਨ। ਬੱਚਿਓ, ਇਸ ਕਹਾਣੀ ਵਿੱਚ ਤੁਸੀਂ ਜੇ ਬਣਾ ਕੇ ਲਿਖੋਗੇ ਪੈਰਾ ਵਾਈਜ਼, ਉਸ ਨਾਲੋਂ ਜ਼ਿਆਦਾ ਬੈਟਰ ਹੋਏਗਾ ਕਿ ਜੇ ਤੁਸੀਂ ਹੈਡਿੰਗ ਬਣਾ ਕੇ ਲਿਖੋ। ਮੈਂ ਤੁਹਾਨੂੰ ਇਸ ਦੇ ਵਿੱਚ ਹੈਡਿੰਗ ਜ਼ਰੂਰ ਦੱਸਾਂਗੀ, ਜੇ ਤੁਹਾਨੂੰ ਠੀਕ ਲੱਗਣ ਤਾਂ ਤੁਸੀਂ ਉਸ ਹਿਸਾਬ ਨਾਲ ਲਿਖ ਸਕਦੇ ਹੋ। ਪਹਿਲਾ ਹੈਡਿੰਗ ਹੈ ਇਸ ਦੇ ਵਿੱਚ ਸਾਂਝ ਕਹਾਣੀ ਹੈ, ਪ੍ਰੋਫੈਸਰ ML ਮਲਹੋਤਰਾ ਦੇ ਵਿਚਾਰ। ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੋਫੈਸਰ ML ਮਲਹੋਤਰਾ ਕੁਝ ਸੋਚਦਿਆਂ ਕਾਲਜ ਵਿੱਚੋਂ ਬਾਹਰ ਨਿਕਲਿਆ ਤੇ ਬਾਹਰ ਇੱਕ ਪੱਕੀ ਸੜਕ ਦੇ ਉੱਤੇ ਕੁਝ ਰਸਤਾ ਕੱਚਾ ਸੀ, ਕੁਝ ਰੋੜਿਆਂ ਭਰਿਆ ਸੀ। ਉੱਚੇ ਨੀਵੇਂ ਰਸਤੇ ਦੇ ਉੱਪਰ ਦੀ ਉਹ ਸਾਈਕਲ ਦੇ ਉੱਪਰ ਹਿਚਕੋਲੇ ਖਾਂਦੇ ਸਾਈਕਲ ਚਲਾਉਂਦੇ ਹੋਏ ਪੱਕੀ ਸੜਕ ਤੇ ਜਾ ਰਿਹਾ ਸੀ। ਔਰ ਇਸ ਦੇ ਵਿੱਚ ਸਮੇਂ ਦੇ ਬਾਰੇ ਵੀ ਦੱਸਿਆ ਹੈ ਕਿ ਜਿਸ ਵੇਲੇ ਪ੍ਰੋਫੈਸਰ ਮਲਹੋਤਰਾ ਕਾਲਜ ਤੋਂ ਬਾਹਰ ਨਿਕਲ ਕੇ ਜਾ ਰਹੇ ਸਨ ਤਾਂ ਉਸ ਵੇਲੇ ਕਿਹੋ ਜਿਹਾ ਸਮਾਂ ਸੀ। ਇਸ ਲਈ ਅਸੀਂ ਦੂਸਰਾ ਹੈਡਿੰਗ ਬਣਾ ਸਕਦੇ ਹਾਂ ਕਿ ਵਾਤਾਵਰਨ। ਇਸ ਦੇ ਵਿੱਚ ਦੱਸਿਆ ਕਿ ਚੜ੍ਹਦੇ ਜੇਠ ਦੀ ਦੁਪਹਿਰ ਭਾਵੇਂ ਬੀਤ ਚੁੱਕੀ ਸੀ, ਪਰ ਗਰਮੀ ਆਪਣਾ ਜੋਬਨ ਉਸੇ ਤਰ੍ਹਾਂ ਹੀ ਦਿਖਾ ਰਹੀ ਸੀ। ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੇ ਬਾਹਰ ਇੱਕ ਧਰੇਕ ਹੇਠਾਂ ਕੁਝ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ ਤੇ ਕੁਝ ਸੜਕ ਦੇ ਉੱਤੇ ਬਣੇ ਬੱਸ ਸਟੈਂਡ ਵਿੱਚ ਖੜੀਆਂ ਸਨ। ਅੱਗੇ ਸੜਕ ਢਲਵਾਨ ਵਾਲੀ ਸੀ, ਜਿਸ ਨੂੰ ਤੇਜ਼ੀ ਨਾਲ ਪਾਰ ਕਰਨ ਮਗਰੋਂ ਪੱਧਰੀ ਸੜਕ ਉੱਤੇ ਪ੍ਰੋਫੈਸਰ ਨੇ ਰੇਲਵੇ ਦਾ ਫਾਟਕ ਪਾਰ ਕੀਤਾ ਤੇ ਅੱਗੇ ਚਲਾ ਗਿਆ। ਗਰਮੀ ਦਾ ਮੌਸਮ ਸੀ ਔਰ ਗਰਮੀ ਕਾਰਨ ਜਿਹੜੀ ਸੜਕ ਸੀ ਉਹ ਇਸ ਤਰ੍ਹਾਂ ਲੱਗ ਰਹੀ ਸੀ ਜਿਸ ਤਰ੍ਹਾਂ ਪਿਘਲ ਗਈ ਹੋਵੇ। ਪ੍ਰੋਫੈਸਰ ਪਸੀਨੋ ਪਸੀਨੀ ਹੋਇਆ ਸਾਈਕਲ ਚਲਾਉਂਦਾ ਅੱਗੇ ਵੱਧ ਰਿਹਾ ਸੀ। ਇੰਨੇ ਨੂੰ ਇੱਕ ਲਾਲ ਚੀਰੇ ਵਾਲਾ ਨੌਜਵਾਨ ਅੱਗੇ ਸਾਈਕਲ ਦੇ ਉੱਤੇ ਜਾਂਦਾ ਉਸ ਨੂੰ ਮਿਲਿਆ। ਇਸ ਦਾ ਤੀਸਰਾ ਹੈਡਿੰਗ ਤੁਸੀਂ ਬਣਾ ਸਕਦੇ ਹੋ ਕਿ ਲਾਲ ਚੀਰੇ ਵਾਲੇ ਦਾ ਮਿਲਣਾ। ਲਾਲ ਚੀਰੇ ਵਾਲਾ ਪ੍ਰੋਫੈਸਰ ਦੇ ਅੱਗੋਂ ਦੀ ਬੜੀ ਤੇਜ਼ੀ ਨਾਲ ਸਾਈਕਲ ਚਲਾਉਂਦੇ ਜਦੋਂ ਲੰਘਿਆ ਤਾਂ ਪ੍ਰੋਫੈਸਰ ਸੋਚਿਆ ਕਿ ਪਤਾ ਨਹੀਂ ਇਸ ਕਿਸਾਨ-ਨੁਮਾ ਸਾਈਕਲ ਸਵਾਰ ਨੂੰ ਕੀ ਭਾਜੜ ਪਈ ਹੋਈ ਹੈ ਕਿ ਇੰਨੀ ਤੇਜ਼ੀ ਨਾਲ ਇਹ ਸਾਈਕਲ ਚਲਾਉਂਦਾ ਹੋਇਆ ਅੱਗੋਂ ਦੀ ਲੰਘ ਗਿਆ। ਪਰ ਪਿੱਛੇ ਉਸਨੇ ਥੋੜ੍ਹੀ ਦੇਰ ਬਾਅਦ ਇਹ ਖਿਆਲ ਛੱਡ ਦਿੱਤਾ। ਉਸ ਤੋਂ ਬਾਅਦ ਇੱਕ ਭਾਰਤੀ ਲੀਡਰ ਦਾ ਕਥਨ ਉਸਨੂੰ ਯਾਦ ਆਇਆ ਕਿ ਅੱਜ ਜਦੋਂ ਦੂਜੇ ਦੇਸ਼ਾਂ ਦੇ ਵਿੱਚ ਲੋਕ ਜਿਹੜੇ ਆ ਹਵਾਈ ਜਹਾਜ਼ ਕਾਰਾਂ ਚਲਾ ਰਹੇ ਆ, ਕਾਰਾਂ ਦਾ ਯੁੱਗ ਆ ਗਿਆ ਹੈ, ਭਾਰਤ ਹਲੇ ਸਾਈਕਲ ਯੁੱਗ ਦੇ ਵਿੱਚ ਹੀ ਪਹੁੰਚਾ ਹੈ। ਲੇਖਕ ਨੂੰ ਇਹ ਜਾਪਿਆ ਕਿ ਭਾਰਤ ਜਿਹੜਾ ਹੈ ਉਹ ਸਾਈਕਲ ਯੁੱਗ ਵਿੱਚ ਹੀ ਪਹੁੰਚਿਆ ਹੀ ਨਹੀਂ, ਕਿਉਂਕਿ ਸਾਈਕਲ ਵੀ ਬਹੁਤ ਘੱਟ ਲੋਕਾਂ ਕੋਲ ਸੀ। ਇਸ ਕਰਕੇ ਉਸਨੇ ਇਹ ਕਹਿਣਾ ਗਲਤ ਸਮਝਿਆ ਕਿ ਸਾਈਕਲ ਜਿਹੜੀ ਆ ਉਹ ਗਰੀਬਾਂ ਦੀ ਸਵਾਰੀ ਹੈ। ਇਸ ਤੋਂ ਤਾਂ ਉਸ ਨੂੰ ਆਪਣੀ ਗਰੀਬੀ ਦਾ ਵੀ ਅਹਿਸਾਸ ਹੋਣ ਲੱਗ ਪਿਆ ਕਿ ਉਸ ਦੇ ਚਿੱਟੇ ਕੱਪੜਿਆਂ ਵਿੱਚ ਲੁਕੀ ਹੋਈ ਗਰੀਬੀ ਉਸ ਨੂੰ ਨਜ਼ਰ ਆ ਰਹੀ ਸੀ। ਅਗਲਾ ਹੈਡਿੰਗ ਹੈ ਬੱਸ ਦਾ ਆਉਣਾ। ਇੰਨੇ ਨੂੰ ਇੱਕ ਬੱਸ ਧੂੜ ਉਡਾਉਂਦੀ ਹੋਈ ਉੱਥੋਂ ਲਾਗੋਂ ਦੀ ਲੰਘੀ ਤੇ ਉਸ ਨੇ ਚਾਰੋਂ ਪਾਸੇ ਮਿੱਟੀ ਹੀ ਮਿੱਟੀ ਕਰ ਦਿੱਤੀ। ਪ੍ਰੋਫੈਸਰ ਨੇ ਇੱਧਰ ਉੱਧਰ ਦੇਖਿਆ, ਸਾਰੇ ਮਿੱਟੀ ਨਜ਼ਰ ਆ ਰਹੀ ਸੀ, ਪਰ ਉਸ ਦੇ ਪਿੱਛੇ ਇੱਕ ਔਰਤ ਜਿਹੜੀ ਹੈ ਉਹ ਲੰਘ ਰਹੀ ਸੀ। ਇਹ ਤੁਹਾਡਾ ਅਗਲਾ ਹੈਡਿੰਗ ਹੋਏਗਾ ਕਿ ਪ੍ਰੋਫੈਸਰ ਦਾ ਇੱਕ ਬੁੱਢੀ ਔਰਤ ਨੂੰ ਮਿਲਣਾ। ਜਦੋਂ ਬੱਸ ਧੂੜ ਉਡਾਉਂਦੀ ਲੰਘੀ ਤਾਂ ਉਸ ਨੇ ਇੱਕ ਬੁੱਢੀ ਔਰਤ ਨੂੰ ਉੱਥੇ ਜਾਂਦੇ ਦੇਖਿਆ। ਪ੍ਰੋਫੈਸਰ ਨੇ ਸੋਚਿਆ ਕਿ ਇਹ ਬੁੱਢੀ ਔਰਤ ਜਿਹੜੀ ਸੜਕ ਦੇ ਉੱਤੇ ਜਾ ਰਹੀ ਹੈ ਇਹ ਕਿੰਨੀ ਗਰੀਬ ਹੈ। ਤੇ ਉਸ ਨੂੰ ਇੱਕ ਹੋਰ ਗੱਲ ਦਿਮਾਗ ਵਿੱਚ ਆਈ। ਉਸ ਦੇ ਕੋਲ ਜਦੋਂ ਉਹ ਪਹੁੰਚਾ ਤਾਂ ਉਸਨੇ ਦੇਖਿਆ ਕਿ ਉਸਨੇ ਬਹੁਤ ਪੁਰਾਣੇ ਫਟੇ ਹੋਏ ਕੱਪੜੇ ਪਾਏ ਹੋਏ ਸਨ ਤੇ ਉਹ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਪੈਦਲ ਉੱਥੇ ਨੰਗੇ ਪੈਰ ਖੜੀ ਸੀ। ਅੱਧ ਫਰਲਾਂਗ ਦੇ ਉੱਤੇ ਹੀ ਉਸਨੇ ਆਪਣਾ ਸਾਈਕਲ ਰੋਕਿਆ। ਉਸ ਨੂੰ ਲਾਲ ਚੀਰੇ ਵਾਲਾ ਸਾਈਕਲ ਸਵਾਰ ਜਿਹੜਾ ਹੈ ਉਹ ਦੇਖ ਕੇ ਪ੍ਰੋਫੈਸਰ ਦੇ ਮਨ 'ਚ ਆਇਆ ਕਿ ਕਿੰਨਾ ਪੱਥਰ ਦਿਲ ਵਿਅਕਤੀ ਹੈ। ਉਸ ਬੁੱਢੀ ਔਰਤ ਦੇ ਲਾਗੋਂ ਦੀ ਲੰਘ ਗਿਆ ਪਰ ਇਸ ਨੇ ਰੋਕਿਆ ਨਹੀਂ। ਉਹ ਮੁੜ ਉਸ ਮਾਈ ਦੇ ਕੋਲ ਪਹੁੰਚੇ ਤੇ ਉਸ ਤੋਂ ਪੁੱਛਣ ਲੱਗਾ ਕਿ ਮਾਈ ਨੇ ਬਾਗਾਂ ਵਾਲੇ ਕੋਲ ਸਹੇੜੇ ਜਾਣਾ ਹੈ।
ਪ੍ਰੋਫੈਸਰ ਨੇ ਸਮਝਿਆ ਕਿ ਮਾਈ ਜਿਹੜੀ ਹੈ ਉਹ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਮੈਂ ਇੰਨੀ ਗਰਮੀ 'ਚ ਪੈਦਲ ਕਿੱਦਾਂ ਜਾ ਰਹੀ ਹਾਂ, ਲੇਕਿਨ ਉਸਨੇ ਸਹਾਇਤਾ ਦੇ ਵਾਸਤੇ ਹੱਥ ਫੈਲਾਇਆ। ਪ੍ਰੋਫੈਸਰ ਨੇ ਸਮਝਿਆ ਕਿ ਮਾਈ ਨੂੰ ਸਾਈਕਲ 'ਤੇ ਬਿਠਾ ਕੇ ਲਿਜਾਣਾ ਬੜਾ ਮੁਸ਼ਕਿਲ ਹੈ, ਅਤੇ ਜਦੋਂ ਮਾਈ ਨੇ ਕਿਹਾ ਕਿ ਉਸਨੇ ਬਾਗਾਂ ਵਾਲੇ ਕੋਲ ਸਹੇੜੇ ਜਾਣਾ ਹੈ ਤਾਂ ਪ੍ਰੋਫੈਸਰ ਨੇ ਸੋਚਿਆ ਕਿ ਮੈਂ ਉਸਨੂੰ ਇਹ ਦੱਸਾਂਗਾ ਕਿ ਮੈਂ ਸ਼ਹਿਰ ਜਾਣਾ ਹੈ। ਪ੍ਰੋਫੈਸਰ ਨੇ ਕਿਹਾ ਕਿ ਉਸਨੇ ਸ਼ਹਿਰ ਜਾਣਾ ਹੈ ਜਿਹੜਾ ਮੀਲ ਕੁ ਦੀ ਜਗ੍ਹਾ 'ਤੇ ਹੀ ਹੈ, ਪਰੰਤੂ ਬਾਗਾਂ ਵਾਲਾ ਜਿਹੜਾ ਹੈ ਉੱਥੋਂ 9 ਮੀਲ ਸੀ। ਮਾਈ ਬਹੁਤ ਬੁੱਢੀ ਅਤੇ ਕਮਜ਼ੋਰ ਸੀ, ਉਸਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ। ਨੰਗੇ ਪੈਰੀ ਸੜਦੀ ਧੁੱਪ ਦੇ ਵਿੱਚ ਉਹ ਜਾ ਰਹੀ ਸੀ। ਉਸਦੇ ਕੱਪੜੇ ਵੀ ਫਟੇ ਹੋਏ ਸਨ, 100 ਟਾਕੀਆਂ ਉਸ 'ਤੇ ਲੱਗੀਆਂ ਹੋਈਆਂ ਸਨ। ਮੈਲਾ ਜਿਹਾ ਉਸਨੇ ਕੁੜਤਾ ਪਾਇਆ ਹੋਇਆ ਸੀ ਅਤੇ ਤੰਦ ਹੋਈ ਫਟੀ ਹੋਈ ਚੁੰਨੀ ਸਿਰ 'ਤੇ ਲਈ ਹੋਈ ਸੀ, ਔਰ ਪਸੀਨੇ ਨਾਲ ਪ੍ਰੋਫੈਸਰ ਦਾ ਵੀ ਬੁਰਾ ਹਾਲ ਸੀ। ਪ੍ਰੋਫੈਸਰ ਨੇ ਉਸਨੂੰ ਕਿਹਾ ਕਿ ਉਸਨੇ ਤਾਂ ਸਿਰਫ ਅਗਲੇ ਸ਼ਹਿਰ ਜਾਣਾ ਹੈ, ਜੇ ਉੱਥੇ ਸਿਰਫ 1 ਮੀਲ ਹੀ ਹੈ। ਉਸਨੇ ਸੋਚਿਆ ਸੀ ਕਿ ਆਪੇ ਮਾਈ ਨਾ ਕਰ ਦੇਵੇਗੀ, ਪਰ ਮਾਈ ਨੇ ਉਸਨੂੰ ਫਿਰ ਕਿਹਾ ਕਿ ਉਹ ਉਸਨੂੰ ਲੈ ਜਾਵੇ। ਪ੍ਰੋਫੈਸਰ ਨੇ ਆਪਣੇ ਆਪ ਨੂੰ ਫਸਿਆ ਹੋਇਆ ਅਨੁਭਵ ਕੀਤਾ। ਬੁੱਢੀ ਆਪੇ ਸਾਈਕਲ ਉੱਤੇ ਚੜ੍ਹ ਵੀ ਨਹੀਂ ਸਕਦੀ ਸੀ। ਪ੍ਰੋਫੈਸਰ ਨੇ ਕਚੀਚੀ ਵੱਟ ਕੇ ਉਸਦੇ ਗੰਦੇ ਪਾਟੇ ਹੋਏ ਥੈਲੇ ਨੂੰ ਸਾਈਕਲ ਦੇ ਮੂਹਰੇ ਟੰਗਿਆ ਅਤੇ ਉਸਨੂੰ ਸਹਾਰਾ ਦੇ ਕੇ ਆਪਣੇ ਕੈਰੀਅਰ 'ਤੇ ਬਿਠਾ ਲਿਆ। ਲੇਖਕ ਨੂੰ ਪਤਾ ਲੱਗਾ ਕਿ ਬੁੱਢੀ ਦਾ ਕੋਈ ਅੰਗ ਸਾਕ ਨਹੀਂ ਸੀ। ਉਹ ਪਿੰਡ ਵਿੱਚ ਇੱਕ ਝੁੱਗੀ ਵਿੱਚ ਹੀ ਰਹਿੰਦੀ ਸੀ ਅਤੇ ਸਿਵਾਏ ਉਸਦੇ ਨਾਲ ਕੋਈ ਨਹੀਂ ਰਹਿ ਰਿਹਾ ਸੀ। ਉਹ ਜੇਠ ਦੀ ਸੰਗਰਾਂਦ ਨੂੰ ਗੁਰਦੁਆਰੇ ਜਾ ਰਹੀ ਸੀ। ਪ੍ਰੋਫੈਸਰ ਨੇ ਸੋਚਿਆ ਕਿ ਚਲੋ ਇਸ ਨੂੰ ਪਿੱਛੇ ਬਿਠਾ ਕੇ ਉੱਥੇ ਤੱਕ ਲੈ ਜਾਣਾ ਹਾਂ ਜਿੱਥੇ ਤੱਕ ਮੈਂ ਜਾਣਾ ਹੈ। ਅਗਲਾ ਹੈਡਿੰਗ ਤੁਸੀਂ ਬਣਾ ਸਕਦੇ ਹੋ ਕਿ ਪ੍ਰੋਫੈਸਰ ਜਿਹੜਾ ਹੈ ਉਸਦੇ ਘਰ ਦੇ ਹਾਲਾਤ। ਹੁਣ ਪ੍ਰੋਫੈਸਰ ਨੇ ਉਸਨੂੰ ਆਪਣੇ ਪਿੱਛੇ ਬਿਠਾ ਤਾਂ ਲਿਆ। ਪ੍ਰੋਫੈਸਰ ਆਪਣੀ ਗਰੀਬੀ ਦੇ ਬਾਰੇ ਸੋਚ ਰਿਹਾ ਸੀ ਕਿ ਉਹ ਇਸ ਗਰੀਬ ਔਰਤ ਨੂੰ ਆਪਣੇ ਘਰ ਵੀ ਨਹੀਂ ਲਿਜਾ ਸਕਦਾ ਅਤੇ ਨਾ ਹੀ ਉਸਨੂੰ ਕਿਰਾਇਆ ਦੇ ਕੇ ਬੱਸ ਵਿੱਚ ਬਿਠਾ ਸਕਦਾ ਹੈ ਜਿਸ ਦੇ ਨਾਲ ਉਹ ਗੁਰਦੁਆਰੇ ਤੱਕ ਜਾ ਸਕੇ। ਉਸਦੇ ਕੋਲ ਜੇਬ ਦੇ ਵਿੱਚ ਮਸਾਂ 30 ਪੈਸੇ ਸਨ ਅਤੇ ਜੋ ਕਿਰਾਏ ਲਈ ਕਾਫੀ ਨਹੀਂ ਸਨ। ਫਿਰ ਉਸਨੂੰ ਯਾਦ ਆਇਆ ਕਿ ਉਸ ਦਾ ਬੱਚਾ ਰਸ ਲੈ ਕੇ ਖਾਣੇ ਚਾਹੁੰਦਾ ਸੀ ਅਤੇ ਜੇਕਰ ਉਹ ਇਹ ਪੈਸੇ ਮਾਈ ਨੂੰ ਦੇ ਦੇਵੇਗਾ ਤਾਂ ਉਸਦੇ ਬੱਚੇ ਦੀ ਇੱਛਾ ਵੀ ਪੂਰੀ ਨਹੀਂ ਹੋ ਸਕੇਗੀ। ਉਹ ਸੋਚ ਹੀ ਰਿਹਾ ਸੀ ਕਿ ਜੇਕਰ ਬੁੱਢੀ ਵਰਗਿਆਂ ਦੀ ਕੋਈ ਮਦਦ ਨਾ ਕਰੇ ਤਾਂ ਉਹ ਮੰਗਤੇ ਹੀ ਬਣਨਗੇ। ਉਹ ਆਪਣੇ ਮਨ ਵਿੱਚ ਉਸ ਲਾਲ ਚੀਰੇ ਵਾਲੇ ਨੌਜਵਾਨ ਵਿਅਕਤੀ ਨੂੰ ਕੋਸ ਵੀ ਰਿਹਾ ਸੀ ਕਿ ਉਹ ਜਵਾਨ ਸੀ, ਫਿਰ ਵੀ ਉਸਨੇ ਮਾਈ ਨੂੰ ਸਾਈਕਲ 'ਤੇ ਬਿਠਾਉਣ ਵਾਸਤੇ ਨਾ ਕਿਹਾ। ਪਰ ਉਹ ਜਿਸ ਤਰ੍ਹਾਂ ਹੀ ਅੱਗੇ ਪਹੁੰਚਿਆ ਤਾਂ ਉਸਨੇ ਕੀ ਸੋਚਿਆ, ਮਾਈ ਨੂੰ ਬਾਗਾਂ ਵਾਲੇ ਤੱਕ ਆਪਣੇ ਸਾਈਕਲ ਦੇ ਉੱਤੇ ਛੱਡ ਕੇ ਆਉਣ ਦਾ ਫੈਸਲਾ ਉਸਨੇ ਸੋਚਿਆ ਕਿ ਕਦੇ ਗਲਤ ਤਾਂ ਨਹੀਂ ਲੈ ਲਿਆ, ਪਰ ਉਹ ਨਹੀਂ, ਉਸਨੂੰ ਬਿਠਾ ਕੇ ਉੱਥੇ ਤੱਕ ਵੀ ਨਹੀਂ ਲਿਜਾ ਸਕਦਾ ਸੀ। ਫਿਰ ਥੋੜ੍ਹੀ ਦੇਰ ਅੱਗੇ ਹੀ ਜਦੋਂ ਉਹ ਗਿਆ ਤਾਂ ਅਗਲੇ ਹੈਡਿੰਗ ਵਿੱਚ ਤੁਸੀਂ ਲਿਖੋਗੇ ਕਿ ਲਾਲ ਚੀਰੇ ਵਾਲੇ ਦਾ ਵਾਪਸ ਆਉਣਾ। ਸ਼ਹਿਰ ਦੇ ਮੋੜ 'ਤੇ ਹੀ ਆ ਕੇ ਪ੍ਰੋਫੈਸਰ ਨੇ ਮਾਈ ਨੂੰ ਉਤਾਰਿਆ ਅਤੇ ਉਸ ਨੂੰ ਉਸਦਾ ਥੈਲਾ ਫੜਾ ਦਿੱਤਾ। ਇੰਨੇ ਨੂੰ ਉਸਨੇ ਦੇਖਿਆ ਕਿ ਬਾਗਾਂ ਵਾਲੇ ਦੀ ਬੱਸ ਆਈ ਅਤੇ ਚਲੀ ਗਈ, ਪਰ ਪ੍ਰੋਫੈਸਰ ਮਾਈ ਨੂੰ ਉਸ ਬੱਸ ਵਿੱਚ ਨਾ ਬਿਠਾ ਸਕਿਆ ਕਿਉਂਕਿ ਉਸ ਕੋਲ ਕਿਰਾਏ ਦੇਣ ਲਈ ਪੈਸੇ ਨਹੀਂ ਸਨ। ਪ੍ਰੋਫੈਸਰ ਮਾਈ ਨੂੰ ਪੈਸਿਆਂ ਨਾਲ ਸਹਾਇਤਾ ਨਹੀਂ ਕਰ ਸਕਦਾ ਸੀ। ਜਦੋਂ ਉਹ ਤੁਰਨ ਲੱਗਾ ਤਾਂ ਉਹ ਲਾਲ ਚੀਰੇ ਵਾਲਾ ਵਿਅਕਤੀ ਸਾਈਕਲ 'ਤੇ ਸ਼ਹਿਰੋਂ ਮੁੜ ਰਿਹਾ ਸੀ। ਉਸਨੇ ਮਾਈ ਕੋਲ ਆ ਕੇ ਆਪਣਾ ਸਾਈਕਲ ਰੋਕਿਆ ਅਤੇ ਉਸਨੂੰ ਕਿਹਾ ਕਿ ਕੰਮ ਮੇਰਾ ਮਾਂ ਛੇਤੀ ਹੀ ਖਤਮ ਹੋ ਗਿਆ ਸੀ, ਇਸ ਲਈ ਮੈਂ ਜਲਦੀ ਜਾਣਾ ਸੀ, ਮੈਂ ਤਾਂ ਤੈਨੂੰ ਬਿਠਾ ਨਹੀਂ ਸਕਿਆ। ਉਹ ਉਸਨੇ ਕਿਹਾ ਕਿ ਹੁਣ ਮੈਂ ਤੈਨੂੰ ਬਾਗਾਂ ਵਾਲੇ ਤੱਕ ਛੱਡ ਦੇਵਾਂਗਾ। ਉਸਨੇ ਤਾਂ ਬਾਗਾਂ ਵਾਲੇ ਜਾਣਾ ਹੈ, ਪਰ ਉਹ ਅੱਗੇ ਸਹੇੜੇ ਵੀ ਮਾਈ ਨੂੰ ਛੱਡ ਆਵੇਗਾ। ਬੱਚਿਓ, ਇਸ ਦੇ ਨਾਲ ਕੀ ਮਹਿਸੂਸ ਹੋਇਆ ਕਿ ਜਿਹੜਾ ਪ੍ਰੋਫੈਸਰ ਆਪਣੇ ਮਨ ਵਿੱਚ ਉਸ ਲਾਲ ਚੀਰੇ ਵਾਲੇ ਵਿਅਕਤੀ ਨੂੰ ਕੋਸ ਰਿਹਾ ਸੀ, ਉਸਨੇ ਦੇਖਿਆ ਕਿ ਇਹ ਵਿਅਕਤੀ ਤਾਂ ਉਸ ਵੇਲੇ ਮਾਈ ਨੂੰ ਨਹੀਂ ਬਿਠਾਇਆ ਕਿਉਂਕਿ ਉਸਨੂੰ ਕੋਈ ਕੰਮ ਸੀ। ਹੁਣ ਉਸਦਾ ਕੰਮ ਖਤਮ ਹੋ ਗਿਆ ਹੈ ਅਤੇ ਹੁਣ ਉਹ ਆਪਣੀ ਮੰਜ਼ਿਲ ਤੋਂ ਵੀ ਅੱਗੇ ਉਸ ਮਾਈ ਨੂੰ ਛੱਡਣ ਜਾਣ ਲਈ ਤਿਆਰ ਹੈ। ਇਸ ਦੇ ਵਿੱਚ ਬੱਚਿਓ ਸਾਂਝ ਕੀ ਹੈ? ਤੁਰੇ ਜਾਂਦੇ ਅਸੀਂ ਕਿਸੇ ਵੱਲ ਵੇਖ ਕੇ ਆਪਣੇ ਮਨ ਦੇ ਵਿਚਾਰ ਜਿਹੜੇ ਉਹ ਬਣਾ ਲੈਂਦੇ ਹਾਂ।
ਲੇਕਿਨ ਇਹ ਗਲਤ ਹੈ। ਪ੍ਰੋਫੈਸਰ ਨੇ ਕੀ ਸੋਚਿਆ? ਹੁਣ ਆਖਰੀ ਵਿੱਚ ਤੁਸੀਂ ਸਾਂਝ ਸ਼ਬਦ ਹੈਡਿੰਗ ਲਿਖ ਸਕਦੇ ਹੋ ਕਿ ਪ੍ਰੋਫੈਸਰ ਨੇ ਆਪਣਾ ਸਾਈਕਲ ਖੜਾ ਕਰਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਸਾਈਕਲ ਉੱਤੇ ਬਿਠਾਇਆ ਤੇ ਉਸ ਦਾ ਥੈਲਾ ਵੀ ਉਸ ਦੇ ਸਾਈਕਲ ਦੇ ਉੱਤੇ ਟੰਗ ਦਿੱਤਾ। ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਉਸ ਨੂੰ ਉਹ ਓਪਰਾ ਸਮਝਦਾ ਹੋਵੇ, ਉਹ ਆਪਣਾ ਹੀ ਨਿਕਲਿਆ ਹੋਵੇ। ਉਹ ਮੂੰਹੋਂ ਕੁਝ ਨਾ ਬੋਲਿਆ, ਅੱਖਾਂ ਵਿੱਚ ਹੀ ਪ੍ਰੋਫੈਸਰ ਨਾਲ ਉਸ ਦੀ ਸਾਂਝ ਪੈ ਗਈ। ਪ੍ਰੋਫੈਸਰ ਨੇ ਇਹ ਮਹਿਸੂਸ ਕੀਤਾ ਕਿ ਮੈਂ ਤਾਂ ਐਵੇਂ ਹੀ ਆਪਣੇ ਮਨ ਵਿੱਚ ਸਾਰੇ ਰਸਤੇ ਇਸ ਵਿਅਕਤੀ ਨੂੰ ਕੋਸਦਾ ਆਇਆ, ਇਹ ਤਾਂ ਮੇਰਾ ਆਪਣਾ ਹੀ ਨਿਕਲਿਆ। ਭਾਵ ਉਸ ਮਲਹੋਤਰਾ ਦੇ ML ਮਲਹੋਤਰਾ ਦੇ ਮਨ ਵਿੱਚ ਵੀ ਉਸ ਗਰੀਬ ਦੀ ਮਦਦ ਕਰਨ ਦੀ ਇੱਕ ਇੱਛਾ ਸੀ ਤੇ ਜਿਸ ਵਿਅਕਤੀ ਨੂੰ ਉਹ ਕੋਸ ਰਿਹਾ ਸੀ ਉਹ ਉਸ ਤੋਂ ਵੀ ਜ਼ਿਆਦਾ ਵੱਡਾ ਦਿਆਲੂ ਨਿਕਲਿਆ। ਉਸਨੇ ਆਪਣੀ ਮੰਜ਼ਿਲ ਤੋਂ ਵੀ ਅੱਗੇ ਤੱਕ ਇਹ ਸੋਚਿਆ ਕਿ ਮੈਂ ਮਾਈ ਨੂੰ ਛੱਡ ਆਵਾਂਗਾ। ਕਿਸੇ ਗਰੀਬ ਦੀ ਮਦਦ ਕਰਨ ਵਾਸਤੇ ਜਾਂ ਕਿਸੇ ਬਜ਼ੁਰਗ ਦੀ ਮਦਦ ਕਰਨ ਵਾਸਤੇ ਉਹ ਵਿਅਕਤੀ ਵੀ ਅੱਗੇ ਆਇਆ ਤੇ ਮਲਹੋਤਰਾ ਵੀ ਅੱਗੇ ਆਇਆ। ਇਸ ਤਰ੍ਹਾਂ ਬੱਚਿਓ ਅਸੀਂ ਇਹ ਦੇਖਦੇ ਹਾਂ ਕਿ ਇਸ ਵਿੱਚ ਸਾਂਝ ਸ਼ਬਦ ਕੀ ਹੈ? ਸਾਂਝ ਦੇ ਵਿੱਚ ਇਹ ਹੈ ਕਿ ਤੁਰੇ ਜਾਂਦੇ ਦੋਨਾਂ ਦੇ ਵਿਚਾਰਾਂ ਦੀ ਸਾਂਝ ਆਪਸ ਵਿੱਚ ਪੈ ਗਈ। ਹੁਣ ਇਸ ਕਹਾਣੀ ਦੇ ਵਿੱਚ ਉਸ ਵੇਲੇ ਦੇ ਬਾਰੇ 'ਚ ਵੀ ਕੁਝ ਦੱਸਿਆ ਹੈ ਕਿ ਉਸ ਵੇਲੇ ਟੁੱਟੀਆਂ ਸੜਕਾਂ ਸਨ, ਬੱਸਾਂ ਬਹੁਤ ਘੱਟ ਸਨ, ਲੋਕਾਂ ਕੋਲ ਪੈਸੇ ਨਹੀਂ ਸਨ। ਅੱਜ ਕੱਲ੍ਹ ਵੀ ਅਸੀਂ ਇਸ ਚੀਜ਼ ਦੇ ਨਾਲ ਜੋੜ ਸਕਦੇ ਹਾਂ, ਪਰ ਹੁਣ ਪਹਿਲੇ ਵਾਲਾ ਮਾਹੌਲ ਨਹੀਂ ਹੈ ਜਦੋਂ ਲੋਕ 14-14 ਮੀਲ ਪੈਦਲ ਤੁਰਦੇ ਸਨ। ਹੁਣ ਬੱਸਾਂ ਦੀ ਆਵਾਜਾਈ ਵਧੇਰੇ ਹੈ। ਬੱਸਾਂ ਜੇ ਕੋਈ ਬੱਸ 'ਤੇ ਨਹੀਂ ਜਾ ਸਕਦਾ ਤਾਂ ਸਾਈਕਲ 'ਤੇ ਜਾਂਦਾ ਹੈ ਤੇ ਆਪਣੀ ਸਹੂਲਤ ਦੇ ਮੁਤਾਬਕ ਹਰ ਵਿਅਕਤੀ ਸਾਈਕਲ, ਬੱਸ, ਕਾਰ ਇਹਨਾਂ ਚੀਜ਼ਾਂ ਨੂੰ ਵਰਤ ਸਕਦਾ ਹੈ। ਉਸੇ ਤਰ੍ਹਾਂ ਹੀ ਜਿਹੜੇ ਲੋਕ ਹਨ, ਜਿਸ ਤਰ੍ਹਾਂ ਪਹਿਲੇ ਗਰੀਬੀ ਦੀ ਹਾਲਤ ਵਿੱਚ ਰਹਿੰਦੇ ਸਨ, ਹੁਣ ਕੱਪੜੇ ਵੀ ਓਨੇ ਪਾਟੇ ਹੋਏ ਅਕਸਰ ਸਾਨੂੰ ਨਜ਼ਰ ਨਹੀਂ ਆਉਂਦੇ। ਜਿਹੜਾ ਗਰੀਬ ਵੀ ਹੈ ਉਸ ਦੇ ਕੋਲ ਵੀ ਠੀਕ ਠਾਕ ਕੱਪੜੇ ਜ਼ਰੂਰ ਹੈ। ਭਾਵ ਕਹਿ ਸਕਦੇ ਹਾਂ ਕਿ ਪਹਿਲਾਂ ਵਰਗੀਆਂ ਪਰਿਸਥਿਤੀਆਂ ਅੱਜ ਕੱਲ੍ਹ ਨਹੀਂ ਹੈ। ਪਰ ਇਸ ਦੇ ਵਿੱਚ, ਇਸ ਕਹਾਣੀ ਦੇ ਵਿੱਚ ਜਿਸ ਸਮੇਂ ਦਾ ਵਰਣਨ ਕੀਤਾ ਗਿਆ ਹੈ, ਤੁਸੀਂ ਬੱਚਿਓ ਉਸ ਦੇ ਬਾਰੇ ਜ਼ਰੂਰ ਲਿਖਣਾ ਹੈ। ਧੰਨਵਾਦ ਬੱਚਿਓ।